न्यू चैप्टर स्टार्ट करन लगे अज दैट इज़ फोटोसिंथेसिस। देखो फोटोसिंथेसिस का मतलब की हुंदा है। फोटोसिंथेसिस का मतलब हुंदा है कि जिहड़ा ग्रीन प्लांट हुंदा है उन्हें आपदा फूड अपने आप तैयार करना हुंदा है विद द हैल्प ऑफ सनलाइट। ठीक है, सनलाइट की हैल्प नाल जो भी उन्हें क्लोरोफिल वगैरह प्रेजेंट होंगे है ਉਹਦੀ हैल्प नाल जिहड़ा प्लांट है उन्हें आपदा फूड आपे तैयार करना है। एक फोटोसिंथेसिस ਨੂੰ ਆਪਾਂ ਕੀ ਕਹਿ ਸਕਦੇ ਹਾਂ, ਉਹਦੀ ਪਲਾਂਟ ਦੀ ਲਾਈਫ ਵੀ ਕਹਿ ਸਕਦੇ ਹਾਂ, ਕਿਉਂਕਿ ਅਗਰ ਪਲਾਂਟ ਕੁਛ ਖਾਊਗਾ, ਖਾਣਾ ਵਗੈਰਾ ਖਾਊਗਾ ਤਾਂ ਹੀ ਉਹ ਗਰੋ ਕਰੂਗਾ। ਤਾਂ ਫੋਟੋਸਿੰਥੇਸਿਸ ਨਥਿੰਗ ਬਟ ਅ ਪਲਾਂਟ ਲਾਈਫ। ਤਾਂ ਮੇਨਲੀ ਇਸ ਚੈਪਟਰ ਆਪਾਂ ਜਾਂ ਤਾਂ ਫੋਟੋਸਿੰਥੇਸਿਸ ਬਾਰੇ ਪੜ੍ਹਨਾ ਹੈ ਔਰ ਯੂ ਕੈਨ ਸੀ ਆਪਾਂ ਪਲਾਂਟ ਲਾਈਫ ਬਾਰੇ ਪੜ੍ਹਨਾ ਹੈ। ਠੀਕ ਹੈ, ਤਾਂ ਵੈਰੀ ਫਸਟ ਵੀ ਆਰ ਹੈਵਿੰਗ ਇੰਟਰੋਡਕਸ਼ਨ। all you know the living things despite general in shape and size appearance they have basic common features। ਜਿਹੜੇ ਵੀ ਲਿਵਿੰਗ ਆਰਗੈਨਿਜ਼ਮਸ ਹੁੰਦੇ ਆ, ਬਹੁਤ ਸਾਰੇ ਡਾਇਵਰਸਿਟੀ ਆਫ ਲਿਵਿੰਗ ਆਰਗੈਨਿਜ਼ਮ ਹੁੰਦੇ ਆ ਜਿਹੜੇ ਕਿ ਡਿਫਰੈਂਟ ਸ਼ੇਪ ਦੇ ਹੁੰਦੇ, ਡਿਫਰੈਂਟ ਸਾਈਜ਼ ਦੇ, ਡਿਫਰੈਂਟ ਅਪੀਅਰੈਂਸ ਦੇ। ਬਟ ਇਹਨਾਂ ਸਾਰਿਆਂ ਦੇ ਵਿੱਚੋਂ ਕਾਮਨ ਕੀ ਹੁੰਦਾ, ਇਹਨਾਂ ਸਾਰੇ ਵਿੱਚ ਕਾਮਨ ਫੀਚਰਸ ਕੀ ਹੁੰਦਾ ਹੈ ਕਿ ਸਾਰੇ ਲਿਵਿੰਗ ਬੀਇੰਗਸ ਜਿਹੜੇ ਹੁੰਦੇ ਆ, ਸਾਰੇ ਆਰਗੈਨਿਜ਼ਮ ਹੁੰਦੇ ਆ, ਉਹ ਗਰੋਥ ਕਰਦੇ ਆ। ਉਹਨਾਂ ਜਿਹੜਾ ਸਾਈਜ਼ ਆ ਉਹ ਗਰੋ ਕਰਦਾ ਹੈ। ਆਪਾਂ ਭਲਾ ਹਿਊਮਨ ਬੀਇੰਗਸ ਹੈ, ਭਲਾ ਪਲਾਂਟਸ ਹੈ, ਭਲਾ ਇਨਸੈਕਟਸ ਹੈ, ਜੋ ਮਰਜ਼ੀ ਹੈ, ਹਮੇਸ਼ਾ ਸਾਰੇ ਕੀ ਹੈ, ਮੈਚਿਓਰ ਹੁੰਦੇ ਆ, ਗਰੋ ਹੁੰਦੇ ਆ। ਸਾਰੇ ਜਿਹੜੇ ਆਰਗੈਨਿਜ਼ਮਸ ਹੁੰਦੇ ਆ ਉਹ ਰੀਪਰੋਡਕਸ਼ਨ ਸ਼ੋ ਕਰਦੇ ਆ। ਰੀਪਰੋਡਕਸ਼ਨ ਮਤਲਬ ਕੀ ਹੁੰਦਾ ਹੈ, ਉਹ ਰੀਪਰੋਡਿਊਸ ਕਰਦੇ ਆ, ਉਹ ਆਪਦੇ ਨਾਲ ਦੀ ਹੋਰ ਸਪੀਸੀਜ਼ ਨੂੰ ਕੀ ਹੈ, ਰੀਪਰੋਡਿਊਸ ਕਰਵਾਉਂਦੇ ਆ। ਤਾਂ ਆ ਵੀ ਮੇਨ ਫੀਚਰ ਹੋ ਗਿਆ ਸਾਰਾ ਵਿੱਚ ਕਾਮਨ ਆਰਗੈਨਿਜ਼ਮ ਵਿੱਚ। ਨੈਕਸਟ ਕੀ ਦੇ ਰਿਸਪੌਂਡ ਟੂ ਸਟਿਮੂਲਾਈ, ਮਤਲਬ ਸਾਰੇ ਜਿਹੜੇ ਆਰਗੈਨਿਜ਼ਮ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਇੱਕ ਮਤਲਬ ਅਡੈਪਟੇਸ਼ਨ ਚਾਹੀਦਾ ਹੁੰਦਾ, ਇੱਕ ਜਗ੍ਹਾ ਚਾਹੀਦੀ ਜਿੱਥੇ ਉਹ ਈਜ਼ੀਲੀ ਅਡੈਪਟ ਕਰ ਸਕਣ, ਉਸ ਇਨਵਾਇਰਮੈਂਟ ਦੀ ਜਗ੍ਹਾ ਜਿੱਥੇ ਉਹ ਈਜ਼ੀਲੀ ਅਡੈਪਟ ਕਰ ਸਕਣ, ਉਹਨਾਂ ਨੂੰ ਈਜ਼ੀ ਖਾਣਾ ਵਗੈਰਾ, ਫੂਡ, ਸ਼ੈਲਟਰ ਸਾਰਾ ਕੁਛ ਮਿਲ ਜੇ। ਤਾਂ ਅਡੈਪਟੇਸ਼ਨ ਵੀ ਸਾਰਿਆਂ ਵਿੱਚ ਕੀ ਹੈ, ਕਾਮਨ ਹੁੰਦਾ। ਠੀਕ ਹੈ, ਇਹ ਸਾਰਾ ਕੁਛ ਕਰਨ ਲਈ ਕੀ ਹੈ, ਉਹਨਾਂ ਨੂੰ ਐਨਰਜੀ ਦੀ ਲੋੜ ਹੈ। ਜੇ ਗਰੋਥ ਵੀ ਕਾਹਤੋਂ ਹੋਊਗੀ, ਜਿਹਨਾਂ 'ਚ ਐਨਰਜੀ ਹੋਊਗੀ। ਰੀਪਰੋਡਕਸ਼ਨ ਵੀ ਕਾਹਤੋਂ, ਜਿਹਨਾਂ 'ਚ ਐਨਰਜੀ ਹੈ। ਅਡੈਪਟੇਸ਼ਨ ਵੀ ਕਾਹਤੋਂ, ਜਿਹਨਾਂ ਵਿੱਚ ਐਨਰਜੀ ਹੈ। ਤਾਂ ਸਾਰਾ ਕੁਛ ਕੀ ਕਰਨਾ, ਆਪਾਂ ਨੂੰ ਐਨਰਜੀ ਚਾਹੀਦੀ ਹੁੰਦੀ ਨੇ ਸਾਰਾ ਕੁਛ ਕਰਨ ਵਾਸਤੇ। ਤਾਂ ਐਨਰਜੀ ਕਿੱਥੋਂ ਆਉਂਦੀ ਹੈ, ਜਿਵੇਂ ਆਪਾਂ ਨੂੰ ਪਤਾ ਹੈ ਇੱਕ ਕਾਰ ਵਿੱਚ ਫਿਊਲ ਨਾਲ ਆਪਾਂ ਨੂੰ ਐਨਰਜੀ ਮਿਲਦੀ ਹੈ। ਕਾਰ ਮੂਵ ਕਿਵੇਂ ਕਰਦੀ ਹੈ, ਫਿਊਲ ਨਾਲ। ਸਿਮਿਲਰਲੀ ਜਿਹੜੀ ਹਿਊਮਨ ਬੀਇੰਗਸ ਵਿੱਚ ਜਾਂ ਆਰਗੈਨਿਜ਼ਮਸ ਵਿੱਚ ਐਨਰਜੀ ਕਿੱਥੋਂ ਆਉਂਦੀ ਹੈ, ਫੂਡ ਤੋਂ ਐਨਰਜੀ ਆਉਂਦੀ ਹੈ। ਠੀਕ ਹੈ, ਤਾਂ ਜਿਹੜੇ ਸਾਰੇ ਲਿਵਿੰਗ ਆਰਗੈਨਿਜ਼ਮਸ ਹੁੰਦੇ ਆ ਉਹ ਕੁਛ ਨਾ ਕੁਛ ਆਪਦਾ ਕਰਦੇ ਹੈ। ਕੀ ਕਰਦੇ, ਪਹਿਲਾਂ ਨਿਊਟ੍ਰੀਸ਼ਨ ਕਰਦੇ ਆ, ਖਾਣਾ ਖਾਂਦੇ ਹੈ, ਰੈਸਪੀਰੇਸ਼ਨ ਕਰਦੇ ਹੈ, ਐਕਸਕ੍ਰੀਸ਼ਨ ਮਤਲਬ ਵੇਸਟ ਪ੍ਰੋਡਕਟ ਬਾਹਰ ਕੱਢਦੇ ਹੈ, ਰਿਸਪੌਂਸ ਮਤਲਬ ਕਿ ਆਪਾਂ ਨੂੰ ਗਰਮ ਠੰਡੀ ਚੀਜ਼ ਸਮਝ ਆਉਂਦੀ ਹੈ ਕੀ ਹੈ। ਮਤਲਬ ਇਹ ਸਾਰੇ ਬੇਸਿਕ ਕ੍ਰਾਈਟੀਰੀਆ ਹੈ ਇੱਕ ਹਿਊਮਨ ਬੀਇੰਗਸ ਦੇ। ਠੀਕ ਹੈ, ਬਟ ਉਹਨਾਂ ਵਿੱਚੋਂ ਮੇਨ ਬੇਸਿਕ ਕ੍ਰਾਈਟੀਰੀਆ ਕੀ ਹੈ ਕਿ ਜਿਹੜਾ ਇੱਕ ਆਰਗੈਨਿਜ਼ਮ ਹੈ ਉਹਨੇ ਆਪਦਾ ਫੂਡ ਆਪ ਤਿਆਰ ਕਰਨਾ ਹੁੰਦਾ। ਅਤੇ ਜੇ ਆਪਾਂ ਗ੍ਰੀਨ ਪਲਾਂਟਸ ਦੀ ਗੱਲ ਕਰੀਏ ਤਾਂ ਗ੍ਰੀਨ ਪਲਾਂਟਸ ਵੀ ਕੀ ਕਰਦੇ ਆ, ਆਪਦਾ ਫੂਡ ਆਪ ਤਿਆਰ ਕਰਦੇ ਆ ਵਿਦ ਦ ਹੈਲਪ ਆਫ ਫੋਟੋਸਿੰਥੇਸਿਸ ਔਰ ਬਾਈ ਦਾ ਪ੍ਰੋਸੈਸ ਆਫ ਫੋਟੋਸਿੰਥੇਸਿਸ। ਠੀਕ ਹੈ, ਇਸੇ ਕਰਕੇ ਜਿਹੜੇ ਵੀ ਚੀਜ਼ਾਂ, ਜਿਹੜੇ ਵੀ ਆਰਗੈਨਿਜ਼ਮਸ ਆਪਦਾ ਫੂਡ ਆਪ ਤਿਆਰ ਕਰਦੇ ਆ ਉਹਨਾਂ ਨੂੰ ਆਪਾਂ ਆਟੋਟ੍ਰੋਫਸ ਵੀ ਕਹਿੰਦੇ ਹਾਂ। ਤਾਂ ਜਿਹੜੇ ਫਿਰ ਪਲਾਂਟਸ ਹੈ, ਗ੍ਰੀਨ ਪਲਾਂਟਸ, ਉਹ ਵੀ ਕੀ ਹੋ ਗਏ, ਆਟੋਟ੍ਰੋਫਸ ਹੋ ਗਏ। ਤਾਂ ਮੋਡ ਆਫ ਨਿਊਟ੍ਰੀਸ਼ਨ ਕਿਹੜਾ ਇਹਨਾਂ 'ਚ, ਮੋਡ ਆਫ ਨਿਊਟ੍ਰੀਸ਼ਨ ਹੈ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਆਟੋਟ੍ਰੋਫਿਕ ਮਤਲਬ ਹੁੰਦਾ ਉਹ ਵਾਲਾ ਨਿਊਟ੍ਰੀਸ਼ਨ ਜਿਹਦੇ ਵਿੱਚ ਉਹ ਆਪਦਾ ਫੂਡ ਆਪੇ ਤਿਆਰ ਕਰਦੇ ਪਏ ਆ। ਸਿਮਿਲਰਲੀ ਆਪਣੇ ਕੋਲ ਇੱਕ ਹੈਟਰੋਟ੍ਰੋਫਿਕ ਹੁੰਦਾ। ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਕਿਹੜਾ ਹੁੰਦਾ, ਉਹ ਵਾਲਾ ਮੋਡ ਆਫ ਨਿਊਟ੍ਰੀਸ਼ਨ ਜਿਹਦੇ ਵਿੱਚ ਆਪਾਂ ਆਪਦਾ ਫੂਡ ਆਪ ਤਿਆਰ ਨਹੀਂ ਕਰਦੇ, ਕਿਸੇ ਹੋਰ 'ਤੇ ਡਿਪੈਂਡ ਹੁੰਦੇ ਆਪਦੇ ਫੂਡ ਲਈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਟਰਮ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਨੂੰ ਅਗਰ ਆਪਾਂ ਜੇ ਥੋੜ੍ਹਾ ਬ੍ਰੇਕ ਕਰੀਏ, ਬ੍ਰੇਕ ਕਰਨ 'ਤੇ ਕੀ ਮਿਲੂ, ਜਿਹੜਾ ਫੋਟੋ ਦਾ ਮਤਲਬ ਹੁੰਦਾ ਲਾਈਟ, ਸਿੰਥੇਸਿਸ ਮਤਲਬ ਕੰਬਾਈਨਿੰਗ, ਮਤਲਬ ਬਣਾਉਣਾ, ਕੰਬਾਈਨ ਕਰਨਾ। ਲਾਈਟ ਦੀ ਹੈਲਪ ਨਾਲ ਜਦੋਂ ਕੋਈ ਚੀਜ਼ ਬਣਦੀ ਹੈ ਉਹਨੂੰ ਫੋਟੋਸਿੰਥੇਸਿਸ ਕਹਿੰਦੇ ਆ। ਫੋਟੋਸਿੰਥੇਸਿਸ ਇੱਕ ਮੇਨਲੀ ਪ੍ਰੋਸੈਸ ਹੈ ਜਿਹਦੇ ਵਿੱਚ ਗ੍ਰੀਨ ਪਾਰਟਸ ਆਫ ਜਿਹੜੇ ਪਲਾਂਟ ਹੁੰਦੇ ਆ, ਹੁਣ ਗ੍ਰੀਨ ਪਾਰਟਸ ਆਫ ਪਲਾਂਟ ਕਿਹੜੇ ਹੁੰਦੇ ਆ, ਕਲੋਰੋਫਿਲ ਵਾਲੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਗ੍ਰੀਨ ਪਾਰਟਸ ਆਫ ਪਲਾਂਟ ਹੁੰਦੇ ਆ ਉਹ ਕੀ ਕਰਦੇ ਆ, ਕਾਰਬਨ ਡਾਈਆਕਸਾਈਡ, ਵਾਟਰ, ਕਲੋਰੋਫਿਲ ਜਾਂ ਸਨਲਾਈਟ ਦੀ ਹੈਲਪ ਨਾਲ ਕੀ ਹੈ, ਆਪਦਾ ਫੂਡ ਆਪਣੇ ਆਪ ਤਿਆਰ ਕਰਦੇ ਆ। ਤਾਂ ਐਕਚੁਅਲੀ ਫੋਟੋਸਿੰਥੇਸਿਸ ਅਕੋਰਡਿੰਗ ਹੁੰਦਾ ਕਿ ਆਪਾਂ ਇਕੁਏਸ਼ਨ ਲਰਨ ਰੱਖਣੀ ਹੈ, ਵੈਰੀ ਇੰਪੋਰਟੈਂਟ ਹੈ। ਪਹਿਲਾਂ ਉਹ ਕਾਰਬਨ ਡਾਈਆਕਸਾਈਡ ਲੈਂਦੇ ਏਅਰ 'ਚੋਂ, ਫਿਰ ਉਹ ਪਾਣੀ ਲੈਂਦੇ ਆ ਸੋਇਲ 'ਚੋਂ। ਪਾਣੀ ਹਮੇਸ਼ਾ ਮਿੱਟੀ 'ਚੋਂ ਹੀ ਲੈਂਦੇ ਆ ਅਤੇ ਕਾਰਬਨ ਡਾਈਆਕਸਾਈਡ ਹਮੇਸ਼ਾ ਏਅਰ 'ਚੋਂ ਹੀ ਲੈਂਦੇ ਆ। ਸਨਲਾਈਟ ਅਤੇ ਕਲੋਰੋਫਿਲ ਦੀ ਪ੍ਰੈਜੈਂਸ ਨਾਲ ਉਹ ਗਲੂਕੋਜ਼ ਬਣਾ ਲੈਂਦੇ ਆ। ਗਲੂਕੋਜ਼ ਕੀ ਹੁੰਦਾ, ਇੱਕ ਫੂਡ ਦੀ ਤਰ੍ਹਾਂ ਹੁੰਦਾ, ਮਤਲਬ ਉਹ ਫੂਡ ਬਣਾ ਲੈਂਦੇ ਆ। ਪਲੱਸ ਆਕਸੀਜਨ ਗੈਸ ਕੀ ਕਰਦੇ ਆ, ਪਲਾਂਟਸ ਐਟਮੋਸਫੇਅਰ ਵਿੱਚ ਰਿਲੀਜ਼ ਕਰ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਮੇਨਲੀ ਕੀ ਹੁੰਦਾ, ਡੇ ਟਾਈਮ ਤਾਂ ਕੀ ਹੁੰਦਾ, ਸਨਲਾਈਟ ਹੁੰਦੀ ਹੈ, ਸਨਲਾਈਟ ਵਿੱਚ ਕੀ ਕਰਦੇ ਆ, ਗਲੂਕੋਜ਼ ਬਣਾ ਲੈਂਦੇ ਆ। ਬਟ ਜਿੰਨਾ ਕੁ ਉਹਨਾਂ ਨੇ ਸਮਾਨ ਖਾਣਾ ਹੁੰਦਾ ਨਾ, ਮਤਲਬ ਜਿੰਨਾ ਕੁ ਫੂਡ ਖਾਣਾ ਹੁੰਦਾ ਇਨ ਦ ਫਾਰਮ ਆਫ ਗਲੂਕੋਜ਼, ਉਹਨਾਂ ਕੁ ਯੂਜ਼ ਕਰਕੇ ਬਾਕੀ ਫੂਡ ਨਾ ਉਹ ਆਪਦੇ ਵਿੱਚ ਸਟੋਰ ਕਰਕੇ ਰੱਖ ਲੈਂਦੇ ਆ। ਆਪਦੇ ਵਿੱਚ ਕਿਹੜੀ ਫਾਰਮ 'ਚ ਸਟੋਰ ਕਰਦੇ ਆ, ਸਟਾਰਚ ਦੀ ਫਾਰਮ 'ਚ। ਤਾਂ ਸਟਾਰਚ ਵੀ ਇੱਕ ਫਾਰਮ ਆਫ ਫੂਡ ਕਹਿ ਲਓ ਜਿਹੜਾ ਮਤਲਬ ਗ੍ਰੀਨ ਪਲਾਂਟ ਆਪਦੇ ਵਿੱਚ ਸਟੋਰ ਕਰਕੇ ਰੱਖਦੇ, ਤਾਂ ਜੋ ਕਿ ਰਾਤ ਨੂੰ ਦੇਖੋ, ਰਾਤ ਨੂੰ ਤਾਂ ਆਪਾਂ ਨੂੰ ਉਹਨਾਂ ਨੂੰ ਸਨਲਾਈਟ ਮਿਲਣੀ ਨਹੀਂ ਗੀ, ਫਿਰ ਰਾਤ ਨੂੰ ਫੂਡ ਕਿਵੇਂ ਖਾਣਗੇ, ਰਾਤ ਨੂੰ ਜਿਹੜਾ ਉਹਨਾਂ ਨੇ ਸਟਾਰਚ ਫਾਰਮ ਵਿੱਚ ਉਹਨਾਂ ਨੇ ਸਟੋਰ ਕਰਕੇ ਰੱਖਿਆ ਸੀ ਫੂਡ, ਉਹ ਖਾ ਲੈਣਗੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਫੋਟੋਸਿੰਥੇਸਿਸ ਵੇਲੇ ਕੀ ਹੁੰਦਾ, ਜਿਹੜੀ ਸੋਲਰ ਐਨਰਜੀ ਹੁੰਦੀ ਹੈ, ਸਨਲਾਈਟ ਹੁੰਦੀ ਹੈ, ਉਹ ਜਿਹੜੇ ਵੀ ਗ੍ਰੀਨ ਪਾਰਟ ਆਫ ਦ ਲੀਫ ਵਿੱਚ ਕਲੋਰੋਫਿਲ ਹੁੰਦੀ ਹੈ, ਕਲੋਰੋਫਿਲ ਕੀ ਕਰਦੀ ਹੈ, ਸਨਲਾਈਟ ਦੀ ਐਨਰਜੀ ਨੂੰ ਆਪਦੇ ਅੰਦਰ ਟਰੈਪ ਕਰ ਲੈਂਦੀ ਹੈ, ਰੁਕਾ ਲੈਂਦੀ ਹੈ।
ਤੇ ਬਾਅਦ 'ਚੋਂ ਕੀ ਕਰਦੀ ਹੈ, ਉਹਦੇ ਵਿੱਚ ਕੈਮੀਕਲ ਐਨਰਜੀ ਫਾਰਮ ਹੁੰਦੀ ਹੈ, ਕੈਮੀਕਲ ਰਿਐਕਸ਼ਨਸ ਚੇਂਜ ਹੁੰਦੀਆਂ। ਕੈਮੀਕਲ ਰਿਐਕਸ਼ਨਸ ਦੇ ਅਕੋਰਡਿੰਗ ਕੀ ਹੁੰਦਾ ਕਿ ਜਿਹੜੀ ਸੋਲਰ ਐਨਰਜੀ ਹੁਣ ਕਲੋਰੋਫਿਲ 'ਚ ਆਈ ਹੈ, ਕੈਮੀਕਲ ਚੇਂਜ ਹੋਣ ਤੋਂ ਬਾਅਦ ਉਹ ਕਾਹਦੇ 'ਚ ਕਨਵਰਟ ਹੋ ਜੂਗੀ, ਗਲੂਕੋਜ਼ 'ਚ ਕਨਵਰਟ ਹੋ ਜੂਗੀ। ਠੀਕ ਹੈ, ਇਸੇ ਕਰਕੇ ਜਿਹੜਾ ਗਲੂਕੋਜ਼ ਆ ਪ੍ਰਪੇਅਰ ਹੋ ਜੂ, ਗਲੂਕੋਜ਼ ਮਤਲਬ ਫੂਡ ਆ ਪ੍ਰਪੇਅਰ ਹੋ ਜੂ ਪਲਾਂਟ ਵਿੱਚ। ਫਿਰ ਉਹ ਪਲਾਂਟ ਕੀ ਕਰੂਗਾ, ਲੀਵਸ ਕੀ ਕਰਨਗੇ, ਸਾਰਾ ਜਿਹੜਾ ਫੂਡ ਬਣਿਆ ਉਹਨੂੰ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਡਿਸਟਰੀਬਿਊਟ ਕਰੇ ਆਉਣਗੇ। ਠੀਕ ਹੈ, ਨੈਕਸਟ ਆਪਾਂ ਨੂੰ ਗਿਵਨ ਹੈ ਬੇਸਿਕ ਪ੍ਰੋਸੈਸ ਆਫ ਫੋਟੋਸਿੰਥੇਸਿਸ। ਬੇਸਿਕ ਪ੍ਰੋਸੈਸ ਫੋਟੋਸਿੰਥੇਸਿਸ ਦਾ ਕੀ ਹੈ, ਤਾਂ ਬੇਸਿਕ ਸਭ ਤੋਂ ਪਹਿਲਾਂ ਤਾਂ ਕੀ ਹੁੰਦਾ, ਕਲੋਰੋਫਿਲ। ਜੇ ਕਲੋਰੋਫਿਲ ਪਲਾਂਟ 'ਚ ਨਹੀਂ ਹੋਊਗਾ, ਗ੍ਰੀਨ ਪਿਗਮੈਂਟਸ ਆਫ ਦ ਪਲਾਂਟ ਨਹੀਂ ਹੋਣਗੇ, ਤਾਂ ਉਹ ਸਨਲਾਈਟ ਟਰੈਪ ਨਹੀਂ ਕਰ ਸਕੂਗਾ। ਜੇ ਸਨਲਾਈਟ ਨਹੀਂ ਟਰੈਪ ਕਰੂਗਾ ਫਿਰ ਉਹਨੂੰ ਐਨਰਜੀ ਨਹੀਂ ਮਿਲੂਗੀ। ਤਾਂ ਫਸਟ ਬੇਸਿਕ ਪ੍ਰੋਸੈਸ ਤਾਂ ਹੋ ਗਿਆ ਕਲੋਰੋਫਿਲ, ਕਿ ਕਲੋਰੋਫਿਲ ਨੇ ਕੀ ਕਰਨਾ, ਸਨਲਾਈਟ ਨੂੰ ਟਰੈਪ ਕਰਨਾ, ਟਰੈਪ ਕਰਕੇ ਐਨਰਜਾਈਜ਼ਡ ਹੋ ਜਾਂਦਾ, ਮਤਲਬ ਉਹ 'ਚ ਐਨਰਜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਜਿਹੜੀ ਐਨਰਜੀ ਆਉਂਦੀ ਹੈ ਜਦੋਂ ਕਲੋਰੋਫਿਲ ਸਨਲਾਈਟ ਨੂੰ ਟਰੈਪ ਕਰਦਾ ਉਹਦੇ ਵਿੱਚ, ਜਦੋਂ ਜਿਹੜੀ ਐਨਰਜੀ ਆਉਂਦੀ ਹੈ, ਇਹ ਐਨਰਜੀ ਕੀ ਕਰਦੀ ਹੈ, ਜਿਹੜਾ ਉਹਨੇ ਮਿੱਟੀ ਤੋਂ ਪਾਣੀ ਲਿਆ ਹੁੰਦਾ, H2O ਵਾਟਰ ਮੋਲੀਕਿਊਲ ਲਿਆ ਹੁੰਦਾ, ਉਹ ਕੀ ਕਰਦੀ ਹੈ, ਉਹ ਐਨਰਜੀ ਇਸ ਵਾਟਰ ਮੋਲੀਕਿਊਲ ਨੂੰ ਬ੍ਰੇਕ ਕਰ ਦਿੰਦੀ ਹੈ। ਬ੍ਰੇਕ ਕਿਵੇਂ ਕਰਦੀ ਹੈ, ਵਿਦ ਦ ਹੈਲਪ ਆਫ ਦਿਸ ਸਨਲਾਈਟ। ਕਿਵੇਂ ਬ੍ਰੇਕ ਹੋ ਜਾਊਗਾ, H2O ਕੀ ਬਣ ਜਾਊਗਾ, H ਪੋਜ਼ੀਟਿਵ ਤੇ OH ਨੈਗੇਟਿਵ। ਠੀਕ ਹੈ, ਤਾਂ ਇਸ ਪ੍ਰੋਸੈਸ ਨੂੰ ਆਪਾਂ ਫੋਟੋਲਿਸਿਸ ਆਫ ਵਾਟਰ ਵੀ ਬੋਲਦੇ ਹਾਂ। ਮਤਲਬ ਕੀ ਹੋਇਆ, ਕਲੋਰੋਫਿਲ ਨੇ ਕੀ ਕੀਤਾ, ਸਨਲਾਈਟ ਨੂੰ ਟਰੈਪ ਕੀਤਾ ਆਪਦੇ ਵਿੱਚ, ਸਨਲਾਈਟ ਨੂੰ ਟਰੈਪ ਕਰਕੇ ਜਿਹੜਾ ਇੱਕ ਪਲਾਂਟ ਹੈ, ਇੱਕ ਲੀਫ ਹੈ, ਉਹ ਐਨਰਜਾਈਜ਼ਡ ਹੋ ਗਿਆ। ਐਨਰਜਾਈਜ਼ ਹੋਣ ਤੋਂ ਬਾਅਦ ਕੀ ਹੋਗਾ, ਥੱਲੋਂ ਜਿਹੜਾ ਪਲਾਂਟ ਹੈ ਉਹ ਰੂਟਸ ਵਿੱਚੋਂ, ਮਿੱਟੀ ਵਿੱਚੋਂ ਪਾਣੀ ਖਿੱਚੂਗਾ। ਹੁਣ ਜਿਹੜਾ ਪਾਣੀ ਤੇ ਜਦੋਂ ਐਨਰਜੀ ਕੰਬਾਈਨ ਕਰਨਗੀਆਂ, ਉੱਥੇ ਫੋਟੋਲਿਸਿਸ ਆਫ ਵਾਟਰ ਹੋ ਜੂ। ਫੋਟੋਲਿਸਿਸ ਮਤਲਬ ਫੋਟੋ ਮੀਨਸ ਲਾਈਟ, ਲਿਸਿਸ ਮਤਲਬ ਟੂ ਬ੍ਰੇਕ ਡਾਊਨ। ਲਾਈਟ ਦੀ ਹੈਲਪ ਨਾਲ ਪਾਣੀ ਕੀ ਹੈ, ਬ੍ਰੇਕ ਡਾਊਨ ਹੋ ਜਾਊਗਾ, H ਪੋਜ਼ੀਟਿਵ ਤੇ OH ਨੈਗੇਟਿਵ ਆਇਨਸ 'ਚ ਬ੍ਰੇਕ ਹੋ ਜਾਊਗਾ। ਠੀਕ ਹੈ, ਫਿਰ ਇਹਦੇ 'ਚ ਕੀ ਹੋਊਗਾ ਕਿ ਜਿਹੜਾ OH ਨੈਗੇਟਿਵ ਆਇਨ ਬਣਿਆ, ਉਹ OH ਨੈਗੇਟਿਵ ਆਇਨ ਤਾਂ ਜਿਹੜਾ ਏਅਰ ਵਿੱਚ ਰਿਲੀਜ਼ ਹੋ ਜਾਂਦਾ, ਬਾਹਰ ਚਲਾ ਜਾਂਦਾ। ਜਦੋਂ ਏਅਰ ਵਿੱਚ ਰਿਲੀਜ਼ ਹੁੰਦਾ ਤਾਂ ਉਹਦੇ ਵਿੱਚ ਕੀ ਹੈ, H2O ਤੇ O2 ਫਾਰਮ ਹੋ ਜਾਂਦਾ। ਜਿਹੜਾ OH ਹੈ ਜਦੋਂ ਏਅਰ 'ਚ ਰਿਲੀਜ਼ ਹੁੰਦਾ, ਉਹ ਪਾਣੀ ਦੀ ਫਾਰਮ 'ਚ ਤੇ ਆਕਸੀਜਨ ਦੀ ਫਾਰਮ 'ਚ ਬਾਹਰ ਰਿਲੀਜ਼ ਹੋ ਜਾਂਦਾ। ਇਹਨੂੰ ਬੈਲੈਂਸ ਕਰ ਲੈਣਾ ਆਪਾਂ। ਫਿਰ ਕੀ ਹੋਊਗਾ ਕਿ ਜਿਹੜੀ ਹਾਈਡਰੋਜਨ ਹੈ, ਜਿਹੜੀ ਆਹ ਵਾਲੀ ਆਪਣੇ ਕੋਲ ਹਾਈਡਰੋਜਨ ਬਣੀ ਸੀ, ਆਕਸੀਜਨ OH ਤਾਂ ਬਾਹਰ ਚਲਾ ਗਿਆ ਸੀ, ਬਚ ਗਈ ਹਾਈਡਰੋਜਨ। ਇਹ ਹਾਈਡਰੋਜਨ ਹੈ ਜਿਹੜੀ, ਇਹ ਕਾਰਬਨ ਡਾਈਆਕਸਾਈਡ ਨਾਲ ਕੀ ਹੈ, ਕੰਬਾਈਨ ਕਰਕੇ ਗਲੂਕੋਜ਼ ਬਣਾ ਲੈਂਦੀ ਹੈ। ਮਤਲਬ ਇਹ ਕੀ ਬਣਾ ਲੈਂਦੀ ਹੈ, ਫੂਡ ਬਣਾ ਲੈਂਦੀ ਹੈ, ਗਲੂਕੋਜ਼ ਯੂ ਕੈਨ ਸੇ। ਓਕੇ, ਫਿਰ ਜਿਹੜੀ ਇਹ ਗਲੂਕੋਜ਼ ਹੈ, ਇਹ ਸਾਰੇ ਸੈਲਸ ਮਤਲਬ ਸਾਰੇ ਜਿਹੜੇ ਪਾਰਟਸ ਆਫ ਪਲਾਂਟ ਹੁੰਦੇ ਉਹਨੂੰ ਯੂਜ਼ ਕਰਦੇ ਹੈ ਐਜ਼ ਅ ਸੋਰਸ ਆਫ ਐਨਰਜੀ। ਬਾਅਦ 'ਚੋਂ ਕਦੇ ਕੀ ਬਣਾ ਲੈਂਦੇ ਆ, ਨਾਲ ਦੀ ਨਾਲ ਸਟਾਰਚ ਵੀ ਬਣਾ ਲੈਂਦੇ ਆ। ਹੁਣ ਸਟਾਰਚ ਕੀ ਮੈਂ ਪਹਿਲਾਂ ਦੱਸ ਚੁੱਕੀ ਹਾਂ, ਸਟਾਰਚ ਕੀ ਹੁੰਦਾ ਹੈ, ਇਹ ਐਕਸਟਰਾ ਗਲੂਕੋਜ਼ ਹੁੰਦਾ ਕਿ ਜਿੰਨਾ ਦਾ ਮਤਲਬ ਪਲਾਂਟ ਨੇ ਫੂਡ ਖਾਣਾ ਸੀ, ਗਲੂਕੋਜ਼ ਦੀ ਫਾਰਮ 'ਚ ਖਾ ਲਿਆ। ਹੁਣ ਜਿੰਨਾ ਵੀ ਖਾਣਾ ਉਹਨਾਂ ਕੋਲ ਬਚ ਗਿਆ, ਐਕਸਟਰਾ ਗਲੂਕੋਜ਼ ਹੋ ਗਿਆ, ਉਹ ਸਟਾਰਚ ਦੀ ਫਾਰਮ ਵਿੱਚ ਮਤਲਬ ਸਟੋਰ ਕਰਕੇ ਰੱਖ ਲੈਣਗੇ ਆਪਦੀ ਬੋਡੀ 'ਚ, ਅਤੇ ਜਦੋਂ ਉਹਨਾਂ ਨੂੰ ਲੋੜ ਹੋਊਗੀ ਉਦੋਂ ਡਿਫਰੈਂਟ ਪਾਰਟਸ ਆਫ ਦਾ ਪਲਾਂਟ ਖਾ ਲੈਣਗੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਲੀਫ ਆ ਫੋਟੋਸਿੰਥੈਟਿਕ ਆਰਗਨ। ਹੁਣ ਜਿਹੜਾ ਇੱਕ ਪਲਾਂਟ ਦੇ ਅੰਦਰ ਲੀਫ ਹੁੰਦਾ, ਇੱਕ ਪੱਤਾ ਹੁੰਦਾ, ਉਹ ਪੱਤਾ ਹੀ ਇੱਕ ਫੋਟੋਸਿੰਥੈਟਿਕ ਆਰਗਨ ਹੁੰਦਾ। ਹੁਣ ਐਂ ਤਾਂ ਨਹੀਂ ਉਹਦੀ ਬ੍ਰਾਂਚਿਸ ਵਿੱਚੋਂ ਫੂਡ ਬਣੀ ਜਾਂਦਾ ਜਾਂ ਉਹਦੇ ਕੀ ਹੈ ਸਟੈਮਸ ਵਿੱਚੋਂ ਫੂਡ ਬਣੀ ਜਾਂਦਾ। ਜਿਹੜਾ ਵੀ ਉਹਦਾ ਮਤਲਬ ਲੀਫ ਹੁੰਦਾ, ਲੀਵਸ ਵਿੱਚ ਹੀ ਹਮੇਸ਼ਾ ਫੂਡ ਬਣਦਾ। ਠੀਕ ਹੈ, ਤਾਂ ਕਹਿੰਦੇ ਜਿਹੜੀ ਵੀ ਫੋਟੋਸਿੰਥਸਿਸ ਹੋਣੀ ਹੁੰਦੀ ਹੈ ਉਹ ਗ੍ਰੀਨ ਪਾਰਟਸ ਆਫ ਪਲਾਂਟ 'ਚ ਹੁੰਦੀ ਹੈ। ਅਤੇ ਆਪਾਂ ਨੂੰ ਪਤਾ ਗ੍ਰੀਨ ਪਾਰਟ ਆਫ ਪਲਾਂਟ ਕਿਹੜਾ ਹੁੰਦਾ, ਪਲਾਂਟ ਵਿੱਚ ਲੀਵਸ ਹੁੰਦੀਆਂ। ਤਾਂ ਲੀਵਸ ਹੀ ਮੇਨ ਫੋਟੋਸਿੰਥੈਟਿਕ ਆਰਗਨ ਹੁੰਦੇ ਆ ਪਲਾਂਟਸ ਵਿੱਚ। ਫੋਟੋਸਿੰਥੇਸਿਸ ਜਿਹੜੀ ਹੁੰਦੀ ਹੈ ਉਹ ਗ੍ਰੀਨ ਸਟੈਮਸ ਵਿੱਚ ਵੀ ਹੋ ਸਕਦੀ ਹੈ। ਉਹ ਵਾਲੇ ਪਲਾਂਟਸ ਜਿਨ੍ਹਾਂ ਦੀਆਂ ਸਟੈਮਸ ਗ੍ਰੀਨ ਹੁੰਦੀਆਂ, ਉਹਨਾਂ ਵਿੱਚ ਵੀ ਫੋਟੋਸਿੰਥੇਸਿਸ ਪੋਸੀਬਲ ਹੋ ਸਕਦੀ ਹੈ। ਠੀਕ ਹੈ, ਜਿਹੜੇ ਲੀਵਸ ਹੁੰਦੇ ਆ ਉਹ ਕਾਫੀ ਸਾਰੇ ਅਡੈਪਟੇਸ਼ਨਸ ਸ਼ੋ ਕਰਦੇ ਆ ਵੀ ਕਿਵੇਂ ਕਿਵੇਂ ਉਹ ਅਡੈਪਟ ਕਰਦੇ, ਕਿਵੇਂ ਕਿਵੇਂ ਉਹ ਮਤਲਬ ਸਨਲਾਈਟ ਲੈਂਦੇ ਆ, ਕੀ ਕਰਦੇ ਆ, ਆਪਾਂ ਉਹ ਪੜ੍ਹਨ ਲੱਗੇ ਹਾਂ ਹੁਣ। ਸਾਰੇ ਜਿਹੜੇ ਗ੍ਰੀਨ ਸੈਲਸ ਹੁੰਦੇ ਆ, ਜਿਹੜੇ ਵੀ ਗ੍ਰੀਨ ਪਾਰਟਸ ਆਫ ਪਲਾਂਟ ਹੁੰਦੇ ਆ, ਉਹਨਾਂ ਕੋਲ ਕਲੋਰੋਫਿਲ ਹੁੰਦਾ। ਠੀਕ ਹੈ, ਤਾਂ ਕਲੋਰੋਫਿਲ ਕੀ ਕਰਦਾ ਕਿ ਇਹ ਕੀ ਜਿਹੜੀ ਵੀ ਮਤਲਬ ਸੋਲਰ ਐਨਰਜੀ ਹੁੰਦੀ ਹੈ, ਸੋਲਰ ਐਨਰਜੀ ਨੂੰ ਆਪਦੇ ਅੰਦਰ ਟਰੈਪ ਕਰ ਦਿੰਦਾ। ਅਤੇ ਉਹ ਆਪਾਂ ਨੂੰ ਕਲੋਰੋਫਿਲ ਨੂੰ ਐਜ਼ ਅ ਫੋਟੋਸਿੰਥੈਟਿਕ ਪਿਗਮੈਂਟ ਵੀ ਬੋਲਦੇ ਆ। ਫੋਟੋਸਿੰਥੈਟਿਕ ਪਿਗਮੈਂਟ ਕਿਉਂ ਬੋਲਦੇ ਆ, ਕਿਉਂਕਿ ਉਹਨੇ ਕੀ ਕਰਨਾ ਹੈ, ਸੋਲਰ ਐਨਰਜੀ ਨੂੰ ਆਪਦੇ ਵਿੱਚ ਟਰੈਪ ਕਰਨਾ। ਟਰੈਪ ਕਰਨ ਤੋਂ ਬਾਅਦ ਉਹਨੇ ਫੂਡ ਤਿਆਰ ਕਰਨਾ। ਠੀਕ ਹੈ, ਹੁਣ ਕੀ ਹੁੰਦਾ ਕਿ ਜਿਹੜਾ ਕਲੋਰੋਫਿਲ ਹੁੰਦਾ ਨਾ, ਕਲੋਰੋਫਿਲ ਦੇ ਅੰਦਰ ਕਲੋਰੋਪਲਾਸਟ ਹੁੰਦੇ ਆ। ਕਲੋਰੋਪਲਾਸਟ ਵੀ ਇੱਕ ਗ੍ਰੀਨ ਕਲਰ ਦੀ ਕੁਛ ਚੀਜ਼ ਹੁੰਦੀ ਹੈ, ਅਤੇ ਕਲੋਰੋਫਿਲ ਦੇ ਅੰਦਰ ਕਲੋਰੋਪਲਾਸਟ ਹੁੰਦੇ ਆ। ਜਿਹੜੇ ਕਲੋਰੋਪਲਾਸਟ ਹੁੰਦੇ ਆ ਨਾ, ਉਹ ਐਕਚੁਅਲ ਸਾਈਟ ਹੁੰਦੇ ਆ ਫੋਟੋਸਿੰਥਸਿਸ ਦੇ। ਇੱਦਾਂ ਨਹੀਂ ਕਿ ਕਲੋਰੋਫਿਲ ਹੈਗਾ ਤਾਂ ਫੋਟੋਸਿੰਥਸਿਸ ਹੋ ਗਈ। ਜੇ ਕਲੋਰੋਫਿਲ ਦੇ ਅੰਦਰ ਪ੍ਰੋਪਰ ਅਮਾਊਂਟ 'ਚ ਕਲੋਰੋਪਲਾਸਟ ਹੈਗੇ ਹੈ, ਤਾਂ ਹੀ ਉੱਥੇ ਕੀ ਹੈ, ਫੋਟੋਸਿੰਥਸਿਸ ਪੋਸੀਬਲ ਹੋ ਸਕਦੀ ਹੈ। ਠੀਕ ਹੈ, ਜਿਹੜੀਆਂ ਲੀਵਸ ਹੁੰਦੀਆਂ, ਲੀਵਸ ਜਾਂ ਤਾਂ ਬਰੋਡ ਹੋ ਸਕਦੀਆਂ, ਥੋੜ੍ਹੀਆਂ ਚੌੜੀਆਂ ਚੌੜੀਆਂ ਵਾਲੀਆਂ ਹੋ ਸਕਦੀਆਂ, ਜਾਂ ਫਲੈਟ ਹੋ ਸਕਦੀਆਂ, ਫਲੈਟ ਸਰਫੇਸ ਹੋ ਸਕਦੀ ਇਹਨਾਂ ਦੀ, ਵੀ ਜ਼ਿਆਦਾ ਉੱਪਰ ਖਾਬਰ ਨਹੀਂ ਹੋਊਗਾ, ਤਾਂ ਜੋ ਕਿ ਇਹ ਬਰੋਡ ਅਤੇ ਫਲੈਟ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਅਮਾਊਂਟ ਆਫ ਸਨਲਾਈਟ ਐਬਜ਼ੋਰਬ ਕਰ ਲੈਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਐਬਜ਼ੋਰਬ ਕਰ ਲੈਂਦੀ ਹੈ, ਤਾਂ ਜੋ ਕਿ ਉਹ ਗਲੂਕੋਜ਼ ਆਪਦਾ ਆਪ ਤਿਆਰ ਕਰ ਲੈਣ। ਠੀਕ ਹੈ, ਕਈ ਕੀ ਹੁੰਦੇ, ਦੇ ਆਰ ਅਰੇਂਜਡ ਐਟ ਰਾਈਟ ਐਂਗਲ ਟੂ ਦ ਸੋਲਰ ਸਿਸਟਮ, ਮੈਕਸਿਮਮ ਏਰੀਆ ਇਜ਼ ਐਕਸਪੋਜ਼ਡ। ਇਹਦੇ ਵਿੱਚ ਕਿੰਨਾ ਮੰਨ ਲਓ ਆਪਣੇ ਕੋਲ ਇੱਕ ਸਨ ਹੈ, ਇੱਥੇ ਆਪਣੇ ਕੋਲ ਲੀਫ ਹੈ,
ਜਿਹੜੀ ਹੁਣ ਸਨ ਦੀ ਰੇਡੀਏਸ਼ਨ ਆਊਗੀ ਨਾ ਲੀਫ 'ਤੇ, ਉਹ 90 ਡਿਗਰੀ ਦੇ ਐਂਗਲ 'ਤੇ ਆਉਂਦੀ ਹੈ, ਰਾਈਟ ਐਂਗਲ 'ਤੇ। ਰਾਈਟ ਐਂਗਲ 'ਤੇ ਕਦ ਹੁੰਦੀ ਹੈ? ਹਮੇਸ਼ਾ ਰਾਈਟ ਐਂਗਲ 'ਤੇ ਜਿਹੜੀ ਰੇਡੀਏਸ਼ਨ ਉਹ ਜ਼ਿਆਦਾ ਆਉਂਦੀਆਂ ਹੁੰਦੀਆਂ ਐਜ਼ ਕੰਪੇਅਰ ਟੂ ਕੋਈ ਹੋਰ ਐਂਗਲ 'ਤੇ। ਤਾਂ ਜਿਹੜੇ ਲੀਫ ਅਤੇ ਸਨ ਦੇ ਵਿੱਚ ਰਾਈਟ ਐਂਗਲ ਹੋਣ ਕਰਕੇ ਉਹਨਾਂ ਵਿੱਚ ਮੈਕਸੀਮਮ ਏਰੀਆ ਜਿਹੜਾ ਹੈਗਾ ਉਹ ਸਨ ਦੀ ਲਾਈਟ ਨੂੰ ਐਬਜ਼ੋਰਬ ਕਰ ਲੈਂਦਾ, ਠੀਕ ਹੈ। ਹੁਣ ਕੀ ਹੈ, ਇੱਕ ਹੋਰ ਚੀਜ਼ ਹੁੰਦੀ ਹੈ ਲੀਵਸ ਦੇ ਅੰਦਰ ਨਾ, ਮੰਨ ਲਓ ਆਪਣੇ ਕੋਲ ਲੀਫ ਹੈ, ਲੀਫ ਦੇ ਅੰਦਰ ਸਟੋਮੈਟਾ ਹੁੰਦੇ ਆ, ਸਮੋਲ ਪੋਰਸ ਹੁੰਦੇ ਆ ਜਿਹਨੂੰ ਆਪਾਂ ਸਟੋਮੈਟਾ ਕਹਿੰਦੇ ਆ। ਸਟੋਮੈਟਾ ਕੀ ਕਰਦੇ ਆ ਕਿ ਜਿਹੜੀ ਵੀ ਕਾਰਬਨ ਡਾਈਆਕਸਾਈਡ ਐਟਮੋਸਫੀਅਰ 'ਚ ਉਹਨਾਂ ਨੇ ਲੈਣੀ ਹੈ, ਉਹ ਸਟੋਮੈਟਾ ਦੇ ਅੰਦਰ ਉਹਦੇ ਵਿੱਚ ਐਬਜ਼ੋਰਬ ਹੋ ਜੂਗੀ। ਅਤੇ ਜਿਹੜਾ ਵੀ ਫੋਟੋਸਿੰਥੇਸਿਸ ਦੇ ਪ੍ਰੋਸੈਸ ਵਾਲੇ ਕਾਰਬਨ ਡਾਈਆਕਸਾਈਡ ਚਾਹੀਦੀ ਹੈ, ਜਾਂ ਕੀ ਹੈ ਕਾਰਬਨ ਡਾਈਆਕਸਾਈਡ ਅਤੇ ਸਨਲਾਈਟ ਦੀ ਹੈਲਪ ਨਾਲ ਜੋ ਗਲੂਕੋਜ਼ ਬਣਨਾ ਹੈ, ਗਲੂਕੋਜ਼ ਬਣਨ ਤੋਂ ਬਾਅਦ ਆਕਸੀਜਨ ਰਿਲੀਜ਼ ਵੀ ਹੋਣੀ ਨਾ, O2 ਰਿਲੀਜ਼ ਵੀ ਹੋਣੀ ਐਟਮੋਸਫੀਅਰ ਵਿੱਚ। ਉਹ O2 ਰਿਲੀਜ਼ ਵੀ ਕਿੱਥੇ ਹੋਊਗੀ? ਇਹਦੇ 'ਚ ਸਟੋਮੈਟਾ ਦੀ ਹੈਲਪ ਨਾਲ ਹੋਊਗੀ। ਮਤਲਬ CO2 ਅੰਦਰ ਆਉਣੀ ਹੈ, ਉਹ ਵੀ ਸਟੋਮੈਟਾ ਥਰੂ ਆਊਗੀ, O2 ਬਾਹਰ ਜਾਣੀ ਹੈ, ਉਹ ਵੀ ਸਟੋਮੈਟਾ ਥਰੂ ਆਊਗੀ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ਸਟੋਮੈਟਾ ਹੁੰਦੇ ਨਾ ਉਹਦੇ ਵਿੱਚ ਲਾਰਜ ਇੰਟਰਮੋਲੀਕੂਲਰ ਸਪੇਸਿਸ ਹੁੰਦੇ ਆ। ਸਟੋਮੈਟਾ ਸਟੋਮੈਟਾ ਦੇ ਸੈਲਸ ਦੇ ਅੰਦਰ ਲਾਰਜ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਕੀ ਹੈ, ਇਹਨਾਂ ਵਿੱਚ ਸਪੌਂਜਾਈ ਪੈਰਨਕਾਈਮਾ ਹੁੰਦਾ। ਇਹ ਵਾਲੀ ਸਪੇਸ 'ਚ ਕੀ ਹੁੰਦਾ? ਸਪੌਂਜਾਈ ਪੈਰਨਕਾਈਮਾ, ਜਿਹੜਾ ਕੀ ਕਰਦਾ ਕਾਰਬਨ ਡਾਈਆਕਸਾਈਡ ਨੂੰ ਅੰਦਰ ਲੈ ਕੇ ਸਾਰੇ ਸੈਲਸ ਨੂੰ ਸੈਂਡ ਕਰਨ ਵਿੱਚ ਹੈਲਪਫੁਲ ਹੁੰਦਾ, ਠੀਕ ਹੈ। ਅਤੇ ਜਿਹੜੀਆਂ ਵੇਨਸ ਹੁੰਦੀਆਂ ਲੀਫ ਦੀਆਂ, ਜਿਹੜੀਆਂ ਵੀ ਵੇਨਸ ਹੁੰਦੀਆਂ ਲੀਫ ਦੀਆਂ, ਉਹ ਕੀ ਕਰਦੀਆਂ, ਉਹਨਾਂ ਵਿੱਚ ਬਹੁਤ ਜ਼ਾਈਲਮ ਅਤੇ ਫਿਲੋਇਮ ਪ੍ਰੈਜੈਂਟ ਹੁੰਦੇ ਆ। ਜ਼ਾਈਲਮ ਅਤੇ ਫਿਲੋਇਮ ਦਾ ਕੰਮ ਕੀ ਹੋਊਗਾ? ਜ਼ਾਈਲਮ ਦਾ ਕੰਮ ਕੀ ਹੋਊਗਾ? ਜਿਹੜਾ ਵੀ ਰੂਟਸ ਵਿੱਚੋਂ ਪਾਣੀ ਖਿੱਚ ਕੇ ਉੱਪਰ ਲੈ ਕੇ ਜਾਣਾ ਲੀਫ ਤੱਕ, ਉਹ ਜ਼ਾਈਲਮ ਕੰਮ ਕਰ ਦੂਗਾ। ਅਤੇ ਜੇ ਮੰਨ ਲਓ ਫੂਡ ਤਿਆਰ ਹੋ ਗਿਆ ਲੀਵਸ 'ਚ, ਉਹਨੂੰ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਕੌਣ ਭੇਜ ਕੇ ਆਊਗਾ? ਫਿਲੋਇਮ ਭੇਜ ਕੇ ਆਊਗਾ। ਤਾਂ ਜਿਹੜੀਆਂ ਵੇਨਸ ਹੈ, ਵੇਨਸ ਮੇਨਲੀ ਜ਼ਾਈਲਮ ਫਿਲੋਇਮ ਕਿੱਥੋਂ ਕੰਮ ਕਰੂਗਾ? ਵੇਨਸ ਦੇ ਥਰੂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸਟੋਮੇਟਾ, ਦਾ ਸਾਈਟ ਆਫ ਐਕਸਚੇਂਜ ਆਫ ਗੈਸਿਸ। ਜਿਵੇਂ ਪਹਿਲਾਂ ਤੁਹਾਨੂੰ ਦੱਸ ਚੁੱਕੀ ਹੈ ਕਿ ਲੀਫ ਦੇ ਅੰਦਰ ਸਮੋਲ ਪੋਰਸ ਹੁੰਦੇ ਹੈ। ਸਮੋਲ ਪੋਰਸ ਕੀ ਕਰਦੇ ਆ? ਕਾਰਬਨ ਡਾਈਆਕਸਾਈਡ ਗੈਸ ਨੂੰ ਅੰਦਰ ਲਿਜਾਂਦੇ ਆ, ਸਾਰੇ ਸੈਲਸ ਤੱਕ ਡਿਸਟਰੀਬਿਊਟ ਕਰ ਆਉਂਦੇ ਆ। ਫਿਰ ਜਿਹੜੀ ਵੀ ਆਕਸੀਜਨ ਗੈਸ ਪਲਾਂਟ ਨੇ ਰਿਲੀਜ਼ ਕਰਨੀ ਹੈ ਐਟਮੋਸਫੀਅਰ 'ਚ, ਉਹ ਆਕਸੀਜਨ ਗੈਸ ਨੂੰ ਬਾਹਰ ਰਿਲੀਜ਼ ਕਰਨ ਵਿੱਚ ਵੀ ਕੌਣ ਹੈਲਪਫੁਲ ਹੁੰਦਾ ਹੈ? ਸਟੋਮੇਟਾ ਹੈਲਪਫੁਲ ਹੁੰਦਾ ਹੈ। ਹੁਣ ਐਕਚੁਅਲੀ ਸਟੋਮੇਟਾ 'ਚ ਹੁੰਦਾ ਕੀ, ਦੇਖੋ ਧਿਆਨ ਨਾਲ। ਸਟੋਮੇਟਾ ਕੀ ਹੁੰਦੇ? ਮਾਈਨਿਊਟ ਪੋਰਸ ਹੁੰਦੇ ਆ, ਛੋਟੇ ਛੋਟੇ ਪੋਰਸ ਹੁੰਦੇ ਜਿਹੜੇ ਐਪੀਡਰਮਿਸ ਹੁੰਦਾ ਅਪਰ ਲੇਅਰ ਆਫ ਲੀਫ। ਜਿਹੜੀ ਅਪਰ ਲੇਅਰ ਆਫ ਲੀਫ ਵਿੱਚ ਛੋਟੇ ਛੋਟੇ ਪੋਰਸ ਹੁੰਦੇ ਆ, ਮਾਈਨਿਊਟ ਪੋਰਸ ਹੁੰਦੇ ਆ, ਉਹਨੂੰ ਆਪਾਂ ਸਟੋਮੇਟਾ ਕਹਿੰਦੇ ਹਾਂ। ਅਤੇ ਇਹ ਸਟੋਮੇਟਾ ਕੀ ਹੁੰਦਾ? ਐਕਟ ਐਜ਼ ਅ ਪੈਸੇਜ, ਇਹ ਪੈਸੇਜ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਐਟਮੋਸਫੀਅਰ ਤੋਂ ਕਾਰਬਨ ਡਾਈਆਕਸਾਈਡ ਲੀਫ ਦੇ ਅੰਦਰ ਲੈ ਕੇ ਜਾਂਦਾ ਹੈ, ਅਤੇ ਲੀਫ ਤੋਂ ਆਕਸੀਜਨ ਨੂੰ ਬਾਹਰ ਐਟਮੋਸਫੀਅਰ ਵਿੱਚ ਛੱਡਣ ਲਈ ਸਟੋਮੇਟਾ ਹੈਲਪਫੁਲ ਹੁੰਦਾ ਹੈ। ਹੁਣ ਜੇ ਆਪਾਂ ਸਟੋਮੇਟਾ ਨੂੰ ਥੋੜ੍ਹਾ ਹੋਰ ਮਤਲਬ ਕਿ ਸਟਰਕਚਰਡ ਵੇ ਨਾਲ ਪੜ੍ਹੀਏ, ਤਾਂ ਸਟੋਮੇਟਾ ਵਿੱਚ ਅੰਤ ਕੀ ਹੁੰਦਾ ਹੈ? ਇੱਕ ਦੋ ਨਾ ਬੀਨ ਸ਼ੇਪਡ, ਇੱਦਾਂ ਕਿਡਨੀ ਸ਼ੇਪਡ ਹੁੰਦੇ ਆ, ਇਹਨਾਂ ਕੋਲ ਗਾਰਡ ਸੈਲਸ ਹੁੰਦੇ ਆ। ਇਹ ਦੋ ਕਿਡਨੀ ਸ਼ੇਪ ਨੂੰ ਆਪਾਂ ਗਾਰਡ ਸੈਲਸ ਬੋਲਦੇ ਹਾਂ। ਅਤੇ ਇਹਦੇ ਅੰਦਰ ਕੀ ਇੱਕ ਸਮੋਲ ਏਅਰ ਕੈਵਿਟੀ ਹੁੰਦੀ ਹੈ। ਆਹ ਵਾਲੀ ਚੀਜ਼ ਕੀ ਹੁੰਦੀ ਹੈ? ਸਮੋਲ ਏਅਰ ਕੈਵਿਟੀ, ਜਿਹੜੀ ਕਿ ਓਪਨ ਹੁੰਦੀ ਹੈ, ਠੀਕ ਹੈ। ਥੋੜ੍ਹੀ ਜਿਹੀ ਸਮੋਲ ਕੈਵਿਟੀ ਓਪਨ ਹੁੰਦੀ ਹੈ ਹਮੇਸ਼ਾ। ਡਿਊਰਿੰਗ ਡੇ ਟਾਈਮ ਤਾਂ ਕੀ ਹੁੰਦਾ ਹੈ? ਡੇ ਟਾਈਮ ਤਾਂ ਕੀ ਹੁੰਦਾ, ਜਿਹੜੀ ਸਨਲਾਈਟ ਹੁੰਦੀ ਹੈ ਪ੍ਰੈਜੈਂਟ ਹੁੰਦੀ ਹੈ। ਸਨਲਾਈਟ ਨੂੰ ਜਾਂ ਕਾਰਬਨ ਡਾਈਆਕਸਾਈਡ ਨੂੰ ਅੰਦਰ ਭੇਜਣ ਲਈ ਇਹ ਜਿਹੜਾ ਸਟੋਮੇਟਾ ਹੈ, ਜਿਹੜੀ ਆ ਇਨਸਾਈਡ ਵਾਲੀ ਚੀਜ਼ ਹੁੰਦੀ ਹੈ, ਇਹ ਓਪਨ ਹੋ ਜਾਂਦਾ। ਇਨਸਾਈਡ ਓਪਨ ਹੋਣ 'ਤੇ ਕੀ ਹੈ, ਜਿਹੜਾ ਵੀ ਕਾਰਬਨ ਡਾਈਆਕਸਾਈਡ ਵਗੈਰਾ ਅੰਦਰ ਜਾਣੀ ਹੈ ਜਾਂ ਆਕਸੀਜਨ ਵਗੈਰਾ ਬਾਹਰ ਆਉਣੀ ਹੈ, ਇਸ ਓਪਨ ਸਟੋਮੇਟਾ ਥਰੂ ਆ ਜਾ ਸਕਦੀ ਹੈ। ਬਟ ਨਾਈਟ ਟਾਈਮ ਕੀ ਹੁੰਦਾ ਕਿ ਜਿਹੜਾ ਸਟੋਮੇਟਾ ਹੁੰਦਾ ਨਾ, ਕਿਉਂਕਿ ਲਾਈਟ ਨਹੀਂ ਹੁੰਦੀ, ਕੋਈ ਫੋਟੋਸਿੰਥੇਸਿਸ ਨਹੀਂ ਹੋਊਗੀ, ਤਾਂ ਸਟੋਮੇਟਾ ਆਪਦੇ ਆਪ ਕਲੋਜ਼ ਹੋ ਜਾਂਦਾ। ਆਪਦੇ ਆਪ ਕਲੋਜ਼ ਹੋਣ 'ਤੇ ਕੀ ਹੈ ਵੀ ਜਿਹੜੀ ਵੀ ਇਹਨਾਂ ਤੋਂ ਮੰਨ ਲਓ ਕੋਈ ਵੀ ਚੀਜ਼ ਹੋਣੀ ਹੈ, ਆਕਸੀਜਨ ਬਾਹਰ ਹੋਣੀ ਹੈ, ਕੁਛ ਵੀ ਇਹਨਾਂ ਕੁਛ ਨਹੀਂ ਹੁੰਦਾ ਇਸ ਟਾਈਮ 'ਤੇ। ਬਸ ਹਾਂ, ਇਹਦੇ ਵਿੱਚ ਕੀ ਹੈ ਜਾਂ ਲੋਸ ਆਫ ਟਰਾਂਸਪੀਰੇਸ਼ਨ ਵੀ ਨਹੀਂ ਹੁੰਦੀ, ਕਿਉਂਕਿ ਦਿਨ ਦੇ ਵੇਲੇ ਤਾਂ ਕੀ ਹੁੰਦਾ, ਕਿਉਂਕਿ ਇੱਥੇ ਉਹਦੇ ਉੱਪਰ ਬਹੁਤ ਸਾਰੇ ਏਅਰ ਜਿਹੜੇ ਹੁੰਦੇ ਆ ਮੋਲੀਕਿਊਲਸ ਹੁੰਦੇ ਆ, ਵਾਟਰ ਮੋਲੀਕਿਊਲ ਸਾਰੇ ਹੁੰਦੇ ਆ। ਤਾਂ ਸਨਲਾਈਟ ਔਨ ਕਰਕੇ ਵਾਟਰ ਮੋਲੀਕਿਊਲਸ ਉੱਡ ਜਾਂਦੇ ਆ ਐਟਮੋਸਫੀਅਰ 'ਚ, ਟਰਾਂਸਪੀਰੇਸ਼ਨ ਹੋ ਜਾਂਦੀ ਹੈ। ਬਟ ਰਾਤ ਨੂੰ ਟਰਾਂਸਪੀਰੇਸ਼ਨ ਵੀ ਨਹੀਂ ਹੁੰਦੀ, ਠੀਕ ਹੈ। ਨੈਕਸਟ ਆ ਗਿਆ ਓਪਨਿੰਗ ਐਂਡ ਕਲੋਜ਼ਿੰਗ ਆਫ ਸਟੋਮੇਟਾ। ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਓਪਨ ਕਦੋਂ ਹੁੰਦਾ? ਦਿਨ ਦੇ ਟਾਈਮ ਜਿਹੜਾ ਸਟੋਮੇਟਾ ਹੁੰਦਾ ਹੈ, ਜਿਹੜਾ ਅੰਦਰਲਾ ਹੁੰਦਾ ਓਪਨ ਹੋ ਜਾਂਦਾ, ਤਾਂ ਜੋ ਕਿ ਜਿਹੜੇ ਵਾਟਰ ਮੋਲੀਕਿਊਲਸ ਜਾਂ ਕਾਰਬਨ ਡਾਈਆਕਸਾਈਡ ਜੋ ਵੀ ਆਕਸੀਜਨ ਵਗੈਰਾ ਬਾਹਰ ਜਾਣੀ ਉਹ ਜਾ ਸਕਣ, ਅਤੇ ਰਾਤ ਦਾ ਟਾਈਮ ਇਹ ਕਲੋਜ਼ ਹੋ ਜਾਂਦੇ ਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫੈਕਟਰਸ ਇਫੈਕਟਿੰਗ ਫੋਟੋਸਿੰਥਸਿਸ। ਕਿਹੜੇ ਕਿਹੜੇ ਫੈਕਟਰਸ ਹੈ ਜਿਹੜੇ ਫੋਟੋਸਿੰਥਸਿਸ ਨੂੰ ਇਫੈਕਟ ਕਰਦੇ ਆ? ਤਾਂ ਪਹਿਲਾ ਦਾ ਮੇਨ ਫੈਕਟਰ ਹੈਗਾ ਕਲੋਰੋਫਿਲ। ਕਲੋਰੋਫਿਲ ਮੈਂ ਬਾਰ ਬਾਰ ਤੁਹਾਨੂੰ ਦੱਸ ਚੁੱਕੀ ਹਾਂ। ਕਲੋਰੋਫਿਲ ਇੱਕ ਗ੍ਰੀਨ ਪਿਗਮੈਂਟ ਹੁੰਦੇ ਆ ਪਲਾਂਟ ਦੇ ਵਿੱਚ, ਲੀਫ ਦੇ ਵਿੱਚ, ਜਿਹੜੇ ਲਾਈਟ એનર્ਜੀ ਨੂੰ ਐਬਜ਼ੋਰਬ ਕਰਦੇ ਆ, ਠੀਕ ਹੈ। ਫਰਦਰ ਕਲੋਰੋਫਿਲ 'ਚ ਕੀ ਪ੍ਰੈਜ਼ੈਂਟ ਹੁੰਦੇ ਆ? ਕਲੋਰੋਪਲਾਸਟ ਹੁੰਦੇ ਆ, ਜਿਹੜਾ ਮੇਨ ਅੱਕਰ ਹੁੰਦਾ, ਮਤਲਬ ਗ੍ਰੀਨ ਪਾਰਟ ਆਫ ਪਲਾਂਟ ਹੁੰਦਾ, ਜਿਹਦੇ ਕਰਕੇ ਕੀ ਹੈ ਫੂਡ ਤਿਆਰ ਹੋਣਾ ਹੁੰਦਾ। ਜੇ ਤਾਂ ਮਤਲਬ ਪਲਾਂਟ ਦੇ ਵਿੱਚ ਕਲੋਰੋਫਿਲ ਹੈਗਾ ਪ੍ਰੋਪਰ, ਤਾਂ ਪ੍ਰੋਪਰ ਫੋਟੋਸਿੰਥਸਿਸ ਹੋ ਜੂਗੀ। ਸੈਕਿੰਡ ਮੇਨ ਪੁਆਇੰਟ ਆਪਣੇ ਕੋਲ ਸਨਲਾਈਟ। ਸਨਲਾਈਟ ਜਿਹੜਾ ਮੇਨ ਥਿੰਗ ਹੈ ਕਿ ਫੋਟੋਸਿੰਥਸਿਸ ਕਰਵਾਉਣ ਲੱਗੇ ਆਪਾਂ ਨੂੰ ਸਨਲਾਈਟ ਦੀ ਤਾਂ ਵੈਰੀ ਇੰਪੋਰਟੈਂਸ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ।
ਬਟ ਇਹਦੇ ਵਿੱਚ ਕੀ ਹੋਊਗਾ ਕਿ ਸਨਲਾਈਟ ਜਦੋਂ ਪੈ ਰਹੀ ਹੈ ਇੱਕ ਲੀਫ ਦੇ ਉੱਪਰ, ਉਹਦੀ ਇੰਟੈਂਸਿਟੀ ਅਤੇ ਕੁਆਲਿਟੀ ਵੀ ਇਫੈਕਟ ਕਰਦੀ ਹੈ ਫੋਟੋਸਿੰਥੇਸਿਸ ਨੂੰ। ਮੰਨ ਲਓ ਜੇ ਤਾਂ ਮੰਨ ਲਓ ਜ਼ਿਆਦਾ ਸਨਲਾਈਟ ਅੱਜ ਨਹੀਂ ਹੈਗੀ, ਵੈਰੀ ਲੈਸ ਲਾਈਟ ਆ ਰਹੀ ਹੈ, ਜੇ ਲੈਸ ਲਾਈਟ ਹੈ ਸਨਲਾਈਟ ਘੱਟ ਪੈ ਰਹੀ ਹੈ ਫਲਾਰ 'ਤੇ ਜਾਂ ਸੋਰੀ ਲੀਫ 'ਤੇ, ਉੱਥੇ ਫੋਟੋਸਿੰਥੇਸਿਸ ਦਾ ਰੇਟ ਘੱਟ ਜਾਂਦਾ ਹੈ। ਬਟ ਜੇ ਜ਼ਿਆਦਾ ਹੀ ਅਮਾਊਂਟ ਆਫ ਸਨਲਾਈਟ, ਬਹੁਤ ਜ਼ਿਆਦਾ ਗਰਮੀ ਹੈ, ਜ਼ਿਆਦਾ ਹੀ ਅਮਾਊਂਟ ਆਫ ਸਨਲਾਈਟ ਪਈ ਜਾਂਦੀ ਹੈ ਲੀਫ 'ਤੇ, ਤਾਂ ਉਹ ਕਲੋਰੋਫਿਲ ਨੂੰ ਡਿਸਟਰੋਏ ਵੀ ਕਰ ਸਕਦਾ ਅਤੇ ਉੱਥੇ ਫੋਟੋਸਿੰਥੇਸਿਸ ਖਰਾਬ ਹੋ ਜਾਊਗਾ। ਠੀਕ ਹੈ, ਤਾਂ ਹਮੇਸ਼ਾ ਜਿਹੜੇ ਆਪਾਂ ਨੂੰ ਚਾਹੀਦੀ ਹੁੰਦੀ ਹੈ ਸਨਲਾਈਟ, ਉਹ ਬਸ ਠੀਕ ਹੈ ਇਨ ਬਿਟਵੀਨ ਚਾਹੀਦੀ, ਨਾ ਜ਼ਿਆਦਾ ਘੱਟ ਨਾ ਜ਼ਿਆਦਾ ਹੀ ਮਤਲਬ ਸਨਲਾਈਟ ਮਿਲ ਜੇ। ਠੀਕ ਹੈ, ਥਰਡ ਪੁਆਇੰਟ ਆਪਣੇ ਕੋਲ ਟੈਂਪਰੇਚਰ ਵੀ ਕੀ ਹੈ ਕਿ ਜਿਹੜਾ ਫੋਟੋਸਿੰਥੇਸਿਸ ਕਰਨ ਲੱਗੇ ਆਪਾਂ ਨੂੰ ਇੱਕ ਆਪਟੀਮਮ ਟੈਂਪਰੇਚਰ ਚਾਹੀਦਾ ਹੁੰਦਾ ਹੈ, ਮਤਲਬ ਇੱਕ ਮੇਨ ਠੀਕ ਟੈਂਪਰੇਚਰ ਚਾਹੀਦਾ ਹੈ। ਕਿੰਨਾ? 20 ਡਿਗਰੀ ਸੈਲਸੀਅਸ ਟੂ 30 ਡਿਗਰੀ ਸੈਲਸੀਅਸ। ਠੀਕ ਹੈ, ਅਤੇ ਇਹਦੇ ਵਿੱਚ ਕੀ ਹੋਊਗਾ, ਜੇ ਤਾਂ ਟੈਂਪਰੇਚਰ ਕਾਫੀ ਘੱਟ ਗਿਆ, 20 ਤੋਂ ਲੈਸ ਹੋ ਗਿਆ, ਤਾਂ ਉਹਦੇ ਵਿੱਚ ਕੀ ਹੋਊਗਾ, ਫੋਟੋਸਿੰਥੇਸਿਸ ਘੱਟ ਜੂਗੀ। ਅਤੇ ਜੇ ਟੈਂਪਰੇਚਰ ਜ਼ਿਆਦਾ ਹੀ ਹੋ ਗਿਆ, 40 ਤੋਂ ਵੀ ਜ਼ਿਆਦਾ ਹੋ ਗਿਆ, ਤਾਂ ਇਟ ਇਜ਼ ਸਲੋ ਐਟ ਆਲ ਟੈਂਪਰੇਚਰ ਐਂਡ ਆਲਸੋ ਸਲੋ ਡਾਊਨ ਐਟ ਅ ਟੈਂਪਰੇਚਰ ਆਫ 40 ਐਂਡ ਅਬਵ। ਇਹਦੇ ਵਿੱਚ ਕੀ ਹੋਊਗਾ ਕਿ ਜਿਹਦਾ ਟੈਂਪਰੇਚਰ 20 ਤੋਂ ਘੱਟ ਗਿਆ ਜਾਂ 40 ਤੋਂ ਵੱਧ ਗਿਆ, ਉੱਥੇ ਜਿਹੜਾ ਫੋਟੋਸਿੰਥੇਸਿਸ ਦਾ ਪ੍ਰੋਸੈਸ ਉਹ ਘੱਟ ਜੂਗਾ ਦੋਨੋਂ ਕੇਸਿਸ 'ਚ ਕਿਵੇਂ ਘੱਟ ਜੂਗਾ? ਕਿਉਂਕਿ ਜਿਹੜੇ ਇੰਜ਼ਾਈਮਸ ਹੁੰਦੇ ਆ, ਐਕਚੁਅਲੀ ਇੰਜ਼ਾਈਮਸ ਕੀ ਹੁੰਦੇ ਆ, ਇੰਜ਼ਾਈਮਸ ਇੱਕ ਉਹ ਬਾਇਓਕੈਮੀਕਲ ਕੈਟਲਿਸਟ ਹੁੰਦੇ ਆ ਜਿਹੜੇ ਮਤਲਬ ਫੋਟੋਸਿੰਥੇਸਿਸ ਦੇ ਪ੍ਰੋਸੈਸ ਨੂੰ ਸਪੀਡ ਅਪ ਕਰ ਦਿੰਦੇ ਆ। ਜੇ ਤਾਂ ਟੈਂਪਰੇਚਰ 20 ਤੋਂ ਘੱਟ ਗਿਆ ਜਾਂ 30 ਤੋਂ ਵੀ ਵੱਧ ਗਿਆ, ਤਾਂ ਉਸ ਵੇਲੇ ਫੋਟੋਸਿੰਥੇਸਿਸ ਖਰਾਬ ਹੋ ਜੂ। ਕਿਉਂਕਿ ਜਿਹੜੇ ਇੰਜ਼ਾਈਮਸ ਸੀਗੇ ਉਹ ਡੀਨੇਚਰਡ ਹੋ ਜਾਣਗੇ, ਉਹ ਖਰਾਬ ਹੋ ਜਾਣਗੇ ਹਾਈ ਟੈਂਪਰੇਚਰ ਕਰਕੇ। ਠੀਕ ਹੈ, ਨੈਕਸਟ ਆਪਾਂ ਨੂੰ ਗਿਵਨ ਹੈ ਕਾਰਬਨ ਡਾਈਆਕਸਾਈਡ। ਹੁਣ ਆਪਾਂ ਨੂੰ ਪਤਾ ਵੀ ਕਾਰਬਨ ਡਾਈਆਕਸਾਈਡ ਹੋਊਗੀ, ਕਲੋਰੋਫਿਲ ਹੋਊਗਾ, ਸਨਲਾਈਟ ਹੋਊਗੀ, ਫਿਰ ਹੀ ਆਪਣਾ ਫੋਟੋਸਿੰਥੇਸਿਸ ਪ੍ਰੋਸੈਸ ਕੰਪਲੀਟ ਹੋਊਗਾ। ਤਾਂ ਕਾਰਬਨ ਡਾਈਆਕਸਾਈਡ ਵੀ ਇੱਕ ਕਾਫੀ ਇੰਪੋਰਟੈਂਟ ਫੈਕਟਰ ਹੈ ਫੋਟੋਸਿੰਥੇਸਿਸ ਲਈ। ਤਾਂ ਜਿਹੜੀ ਕਾਰਬਨ ਡਾਈਆਕਸਾਈਡ ਦੀ ਕੰਸਨਟ੍ਰੇਸ਼ਨ ਹੈ ਏਅਰ ਵਿੱਚ, ਉਹ ਵੀ ਇਨਫਲੂਐਂਸ ਕਰਦੀ ਹੈ ਫੋਟੋਸਿੰਥੇਸਿਸ ਨੂੰ। ਜੇ ਤਾਂ ਮੰਨ ਲਓ ਬਹੁਤ ਜ਼ਿਆਦਾ ਅਮਾਊਂਟ ਆਫ ਕਾਰਬਨ ਡਾਈਆਕਸਾਈਡ ਵੱਧ ਗਈ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੋਊਗਾ ਕਿ ਜਿਹੜੀ ਰੇਟ ਆਫ ਫੋਟੋਸਿੰਥੇਸਿਸ ਆ ਉਹ ਵੀ ਇਨਕਰੀਜ਼ ਹੋ ਜੂਗੀ। ਬਟ ਜੇ ਕੰਸਨਟ੍ਰੇਸ਼ਨ ਘੱਟ ਗਈ, ਕਾਰਬਨ ਡਾਈਆਕਸਾਈਡ ਦਾ ਫੋਟੋਸਿੰਥੇਸਿਸ ਕੀ ਹੈ, ਘੱਟ ਜੂਗੀ। ਠੀਕ ਹੈ, ਨੈਕਸਟ ਆਪਣੇ ਕੋਲ ਮੇਨ ਪੁਆਇੰਟ ਹੈ ਵਾਟਰ ਦੀ ਅਵੇਲੇਬਿਲਿਟੀ ਵੀ ਕਰਦੀ ਹੈ ਡਿਪੈਂਡ ਔਨ ਦਾ ਫੋਟੋਸਿੰਥੇਸਿਸ। ਜੇ ਤਾਂ ਵਾਟਰ ਦੀ ਅਵੇਲੇਬਿਲਿਟੀ ਘੱਟ ਹੈ ਤਾਂ ਉਹਦੇ ਵਿੱਚ ਸਟੋਮੇਟਾ ਪ੍ਰੋਪਰਲੀ ਕੰਮ ਨਹੀਂ ਕਰੂਗਾ, ਅਤੇ ਜਿਹੜੇ ਫੋਟੋਸਿੰਥੇਸਿਸ ਆ ਉਹ ਪ੍ਰੋਪਰਲੀ ਕੰਮ ਨਹੀਂ ਕਰਨਗੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸਿਗਨੀਫਿਕੈਂਸ ਆਫ ਫੋਟੋਸਿੰਥੇਸਿਸ। ਹੁਣ ਜਿਹੜੀ ਫੋਟੋਸਿੰਥੇਸਿਸ ਹੈ ਉਹਦਾ ਮੇਨ ਸਿਗਨੀਫਿਕੈਂਸ ਕੀ ਸੀਗਾ? ਉਹ ਲਾਈਫ ਸਪੋਰਟਿੰਗ ਪ੍ਰੋਸੈਸ ਹੈ, ਮਤਲਬ ਪਲਾਂਟ ਦੀ ਇੱਕ ਲਾਈਫ ਸਪੋਰਟ ਕਰਦੀ ਹੈ ਵੀ ਜੇ ਉਹਨੂੰ ਫੂਡ ਹੀ ਨਾ ਮਿਲੂਗਾ ਤਾਂ ਪਲਾਂਟ ਮੁਰਝਾ ਕੇ ਮਰ ਜਾਊਗਾ। ਠੀਕ ਹੈ, ਤਾਂ ਇੱਕ ਫੋਟੋਸਿੰਥੇਸਿਸ ਨਾਲ ਲਾਈਫ ਮਿਲ ਗਈ, ਉਹਨੂੰ ਇੱਕ ਸਪੋਰਟ ਮਿਲ ਗਿਆ। ਠੀਕ ਹੈ, ਉਹਦੇ ਵਿੱਚ ਕੀ ਹੋਊਗਾ, ਆਪਾਂ ਨੂੰ ਵੀ ਫਾਇਦਾ ਹੁੰਦਾ ਹੈ ਫੋਟੋਸਿੰਥੇਸਿਸ ਨਾਲ। ਜੋ ਪਲਾਂਟ ਨੇ ਉਹਦਾ ਫੂਡ ਖਾਣਾ ਉਹ ਤਾਂ ਖਾਣਾ ਹੀ ਖਾਣਾ ਹੈ, ਬਟ ਜਿਹੜਾ ਉਹ ਆਕਸੀਜਨ ਰਿਲੀਜ਼ ਕਰਦਾ ਐਟਮੋਸਫੀਅਰ ਵਿੱਚ, ਉਹ ਸਾਰੇ ਲਿਵਿੰਗ ਥਿੰਗਸ ਲਾਈਕ ਪਲਾਂਟਸ ਐਂਡ ਐਨੀਮਲਸ ਆਫ ਦਿਸ ਪਲੈਨਟ ਨੂੰ ਕੀ ਹੈ, ਹੈਲਪਫੁਲ ਹੁੰਦਾ। ਅਤੇ ਜਿਹੜਾ ਫੂਡ ਫॉर ਆਲ ਇਨ ਫਾਰਮ ਆਫ ਗਲੂਕੋਜ਼, ਜਿਹੜਾ ਫੂਡ ਬਣਦਾ ਉਹ ਪਲਾਂਟ ਵਿੱਚ, ਉਹ ਤਾਂ ਹੈਗਾ ਹੀ ਹੈਲਪਫੁਲ ਹੈ। ਠੀਕ ਹੈ, ਨੈਕਸਟ ਹੈਗਾ ਫੇਟ ਆਫ ਗਲੂਕੋਜ਼। ਹੁਣ ਜਿਹੜੀ ਗਲੂਕੋਜ਼ ਹੈ ਉਹ ਕਿਵੇਂ ਬਣ ਸਕਦਾ ਹੈ? ਪਹਿਲਾਂ ਤਾਂ ਜਿਹੜਾ ਹੈਗਾ ਐਨਰਜੀ ਫਰਮ ਗਲੂਕੋਜ਼ ਦੀ ਹੈਲਪ ਨਾਲ ਕੀ ਕੁਛ ਬਣ ਸਕਦਾ? ਗਲੂਕੋਜ਼ ਦੀ ਹੈਲਪ ਨਾਲ, ਫੂਡ ਦੀ ਹੈਲਪ ਨਾਲ ਐਨਰਜੀ ਬਣ ਸਕਦੀ ਹੈ, ਫੂਡ ਦੀ ਹੈਲਪ ਨਾਲ ਸਟਾਰਚ ਬਣ ਸਕਦਾ, ਅਤੇ ਫੂਡ ਦੀ ਹੈਲਪ ਨਾਲ ਪ੍ਰੋਟੀਨਸ ਐਂਡ ਫੈਟਸ ਬਣ ਸਕਦੇ ਆ। ਦੇਖੋ ਜਿਹੜਾ ਇੱਕ ਪਾਰਟ ਹੁੰਦਾ ਗਲੂਕੋਜ਼ ਦਾ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਵੀ ਇੱਕ ਲੀਫ ਬਣਾ ਰਿਹਾ ਹੈ ਗਲੂਕੋਜ਼ ਨੂੰ, ਅਤੇ ਉਹ ਫਟਾਫਟ ਕੀ ਹੈ, ਸਾਰੇ ਸੈਲਸ ਉਹਨੂੰ ਯੂਜ਼ ਕਰਕੇ ਕੀ ਹੈ, ਐਨਰਜੀ ਰਿਲੀਜ਼ ਕਰਨਗੇ ਰੈਸਪੀਰੇਸ਼ਨ ਵਾਲੇ। ਕਿਉਂਕਿ ਹੁਣ ਬਾਕੀ ਪਾਰਟਸ ਆਫ ਪਲਾਂਟ ਨੂੰ ਤਾਂ ਵੀ ਤਾਂ ਫੂਡ ਚਾਹੀਦਾ ਹੈ ਨਾ, ਅਤੇ ਫੂਡ ਜਦੋਂ ਮਿਲੂਗਾ ਉਹਨਾਂ ਸਾਰਿਆਂ ਨੂੰ, ਫੂਡ ਖਾਣ ਤੋਂ ਬਾਅਦ ਉਹਨਾਂ 'ਚ ਐਨਰਜੀ ਆਊਗੀ। ਐਨਰਜੀ ਕਾਹਦੇ ਲਈ ਹੈਲਪਫੁਲ ਹੋਊਗੀ? ਰੈਸਪੀਰੇਸ਼ਨ ਲਈ ਹੈਲਪਫੁਲ ਹੋਊਗੀ। ਨੈਕਸਟ ਆ ਗਿਆ ਸਟਾਰਚ। ਹੁਣ ਜਿਹੜਾ ਵੀ ਗਲੂਕੋਜ਼ ਬਣਿਆ, ਜਿੰਨਾ ਕੁ ਖਾਣਾ ਸੀ ਸਾਰੇ ਪਾਰਟਸ ਆਫ ਪਲਾਂਟ ਨੇ ਖਾ ਲਿਆ, ਉਹ ਕੁਛ ਕੁ ਗਲੂਕੋਜ਼ ਨੂੰ ਕੀ ਹੈ, ਐਜ਼ ਅ ਫਾਰਮ ਆਫ ਸਟਾਰਚ ਆਪਦੇ ਵਿੱਚ ਸਟੋਰ ਕਰਕੇ ਰੱਖਣਗੇ ਕਿ ਜਦੋਂ ਲੋੜ ਹੋਊਗੀ ਉਦੋਂ ਯੂਜ਼ ਕਰ ਲਾਂਗੇ। ਨੈਕਸਟ ਆ ਗਿਆ ਪ੍ਰੋਟੀਨਸ ਐਂਡ ਫੈਟ। ਗਲੂਕੋਜ਼ ਤੋਂ ਪ੍ਰੋਟੀਨਸ ਐਂਡ ਫੈਟਸ ਵੀ ਬਣ ਸਕਦੇ। ਦੇਖੋ ਕਿਵੇਂ, ਜਿਹੜੇ ਅਮੀਨੋ ਐਸਿਡਸ ਦੇ ਪ੍ਰੋਟੀਨਸ ਹੁੰਦੇ ਆ ਨਾ, ਉਹ ਮੇਨਲੀ ਫਾਰਮ ਹੁੰਦੇ ਆ ਗਲੂਕੋਜ਼ ਤੋਂ, ਅਤੇ ਇਹਨੂੰ ਆਪਾਂ ਨਾਈਟ੍ਰੋਜਨ ਕੰਪਾਊਂਡਸ ਵੀ ਕਹਿੰਦੇ ਹਾਂ। ਐਕਚੁਅਲੀ ਰੂਟਸ ਦੇ ਅੰਦਰ ਨਾਈਟ੍ਰੋਜਨ ਕੰਪਾਊਂਡਸ ਹੁੰਦੇ ਆ, ਅਤੇ ਨਾਈਟ੍ਰੋਜਨ ਕੰਪਾਊਂਡਸ ਬਣਦੇ ਕਿੱਥੋਂ ਹੈ? ਜਿਹੜਾ ਵੀ ਗਲੂਕੋਜ਼ ਤਿਆਰ ਕਰਦਾ ਉਹ ਪ੍ਰੋਟੀਨਸ ਅਤੇ ਫੈਟਸ ਫਾਰਮ ਕਰਦਾ, ਅਤੇ ਉਹਨੂੰ ਨਾਈਟ੍ਰੋਜਨ ਕੰਪਾਊਂਡਸ ਕਹਿੰਦੇ ਆ। ਠੀਕ ਹੈ, ਨੈਕਸਟ ਆ ਗਿਆ ਟ੍ਰਾਂਸਲੋਕੇਸ਼ਨ ਆਫ ਗਲੂਕੋਜ਼। ਟ੍ਰਾਂਸਲੋਕੇਸ਼ਨ ਆਫ ਗਲੂਕੋਜ਼ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਗਲੂਕੋਜ਼ ਹੈ ਉਹ ਸੋਲੂਬਲ ਵਾਟਰ ਪ੍ਰੋਡਕਟ ਹੈ, ਇੱਕ ਵਾਟਰ ਦੀ ਫਾਰਮ ਵਿੱਚ ਪ੍ਰੋਡਕਟ ਹੁੰਦਾ, ਸੋਲੂਬਲ ਇਨ ਵਾਟਰ ਹੁੰਦਾ। ਬਾਅਦ ਵਿੱਚ ਜੋ ਗਲੂਕੋਜ਼ ਬਣ ਗਿਆ ਉਹਨੂੰ ਡਿਫਰੈਂਟ ਪਾਰਟਸ ਆਫ ਪਲਾਂਟ ਵਿੱਚ ਸੈਂਡ ਕਰਕੇ ਆਉਣਾ ਹੁੰਦਾ ਲੀਫ ਨੇ ਥਰੂ ਦਾ ਫਿਲੋਇਮ। ਜ਼ਾਈਲਮ ਨੇ ਕੀ ਕਰਨਾ, ਪਾਣੀ ਨੂੰ ਉੱਪਰ ਲੈ ਕੇ ਜਾਣਾ ਰੂਟਸ ਤੱਕ। ਫਿਲੋਇਮ ਨੇ ਕੀ ਕਰਨਾ, ਜਿਹੜਾ ਵੀ ਖਾਣਾ ਬਣਿਆ ਉਹਨੂੰ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਛੱਡ ਕੇ ਨਾ, ਉਹਨੂੰ ਆਪਾਂ ਕਹਿੰਦੇ ਹਾਂ ਟ੍ਰਾਂਸਲੋਕੇਸ਼ਨ।